ਮਿੱਧੇ ਹੋਏ ਫੁੱਲ ਭਾਗ ਪੰਜਵਾਂ। ਦੂਸਰੀ ਚਿੱਠੀ ਚੁੱਕਦਿਆਂ ਮੈਂ ਉਸਨੂੰ ਕਿਹਾ, ਕ੍ਰਿਸ਼ਨਾ ਲੈ ਸੁਣ ਦੂਸਰੀ ਚਿੱਠੀ। ਉਸਨੇ ਝਟਪਟ ਅੱਖਾਂ ਖੋਲ੍ਹ ਲਈਆਂ ਤੇ ਅੱਗੇ ਨਾਲੋਂ ਵੀ ਵਧੇਰੇ ਧਿਆਨ ਨਾਲ ਸੁਣਨ ਲਈ ਤਿਆਰ ਹੋ ਬੈਠੀ। ਇਸ ਚਿੱਠੀ ਦੀ ਤਾਰੀਖ ਪਹਿਲੀ ਚਿੱਠੀ ਨਾਲੋਂ 2 ਮਹੀਨੇ ਬਾਅਦ ਦੀ ਸੀ। ਮੈਂ ਖਿਆਲ ਕੀਤਾ ਸ਼ਾਇਦ ਵਿਚਲੇ ਸਮੇਂ ਦੀਆਂ ਚਿੱਠੀਆਂ ਗੁੰਮ ਹੋ ਗਈਆਂ ਹੋਣਗੀਆਂ ਜਾਂ ਇਹਨਾਂ ਵਿੱਚ ਕਿਤੇ ਰਲ ਮਿਲ ਗਈਆਂ ਹੋਣ, ਕਿਉਂਕਿ ਇਸ ਤਰ੍ਹਾਂ ਪ੍ਰੇਮ ਅਤੇ ਪ੍ਰੇਮਿਕਾ ਵਿੱਚ ਇੰਨੀ ਲੰਮੀ ਵਿੱਥ ਪੈਣੀ ਮੇਰੀ ਜਾਂਚੇ ਅਚੰਭੇ ਵਾਲੀ ਗੱਲ ਸੀ। ਪਰ ਇਹ ਚਿੱਠੀ ਮੁਕਾਉਣ ਤੋਂ ਬਾਅਦ ਮੇਰਾ ਖਿਆਲ ਗਲਤ ਨਿਕਲਿਆ, ਅਰਥਾਤ ਲਗਭਗ ਇਹ ਸਾਰਾ ਸਮਾਂ ਦੋਹਾਂ ਦਾ ਮੇਲ ਨਹੀਂ ਸੀ ਹੋਇਆ। ਦੂਸਰੀ ਚਿੱਠੀ ਦਾ ਮਜ਼ਮੂਨ ਕੁਝ ਇਸ ਤਰ੍ਹਾਂ ਸੀ। ਮੇਰੇ ਜੀਵਨ ਮੰਡਲ ਦੀ ਸੁਨਹਿਰੀ ਕਿਰਨ ਕ੍ਰਿਸ਼ਨਾ, ਤੇਰਾ ਦੀਵਾਨਾ ਅੱਜ ਤਰੀਕ ਨੂੰ ਘਰ ਪਹੁੰਚਿਆ ਹੈ ਤੇ ਪਹੁੰਚਦਿਆਂ ਹੀ ਤੇਰੀ ਚਿੱਠੀ ਦੇ ਦਰਸ਼ਨ ਹੋਏ। ਮੈਨੂੰ ਮਾਲੂਮ ਹੁੰਦਾ ਏ ਜਦੋਂ ਮੈਂ ਤੇਥੋਂ ਵਿਛੜਿਆ ਸਾਂ ਉਦੋਂ ਹੀ ਤੂੰ ਚਿੱਠੀ ਲਿਖਣ ਵਿੱਚ ਰੁੱਝ ਗਈ ਹੋਵੇਂਗੀ। ਰੱਬ ਦੇ ਵਾਸਤੇ ਕ੍ਰਿਸ਼ਨਾ, ਇਤਨਾ ਪਾਗਲਪੁਣਾ ਚੰਗਾ ਨਹੀਂ। ਅਜੇ ਹੁਣੇ ਤਾਂ ਮੈਂ 2 ਮਹੀਨੇ ਤੇਰੇ ਸ਼ਹਿਰ ਰਹਿ ਕੇ ਆਇਆ ਹਾਂ ਤੇ ਹੁਣੇ ਹੀ ਇਹ ਹਾਲਤ। ਹਾਂ, ਆਪਣਾ ਇਕਰਾਰ ਮੈਨੂੰ ਯਾਦ ਹੈ ਤੇ ਮੈਂ ਛੇਤੀ ਤੋਂ ਛੇਤੀ ਪੂਰਾ ਕਰਨ ਲਈ ਕੋਸ਼ਿਸ਼ ਕਰਾਂਗਾ। ਪਰ ਕ੍ਰਿਸ਼ਨਾ, ਹੱਥਾਂ ਤੇ ਸਰੋਂ ਜਮਾਣੀ ਤਾਂ ਮੇਰੇ ਵੱਸ ਦੀ ਗੱਲ ਨਹੀਂ। ਤੂੰ ਜਾਣਦੀ ਹੈ ਮੈਂ ਇੱਕ ਸੁਧਾਰਕ ਆਦਮੀ ਹਾਂ। ਮੇਰਾ ਜੀਵਨ, ਮੇਰਾ ਤਨ ਮਨ ਧਨ ਸਭ ਕੁਝ ਕੌਮ ਦਾ ਹੈ, ਪਰ ਇਤਨਾ ਹੋਣ ਤੇ ਵੀ ਮੈਂ ਗ੍ਰਹਿਸਥ ਜੀਵਨ ਦਾ ਚਾਹਵੰਦ ਹਾਂ। ਸੋ ਆਸ਼ਾ ਹੈ ਛੇਤੀ ਤੋਂ ਛੇਤੀ ਮੈਂ ਕ੍ਰਿਸ਼ਨਾ ਨੂੰ ਆਪਣੇ ਜੀਵਨ ਦੀ ਸਾਥਣ ਬਣਾ ਕੇ ਇੱਕ ਨਵੇਂ ਸੰਸਾਰ ਦੀ ਰਚਨਾ ਰਚਾਂਗਾ। ਪਰ ਕਈ ਰੁਝੇਵਿਆਂ ਕਰਕੇ ਹਾਲੇ ਕੁਝ ਦਿਨਾਂ ਦੀ ਮੋਹਲਤ ਮੰਗਦਾ ਹਾਂ। ਤੂੰ ਲਿਖਿਆ ਹੈ ਕਿ ਤੈਨੂੰ ਇੱਕ ਨਵੀਂ ਚਿੰਤਾ ਨੇ ਆ ਘੇਰਿਆ ਹੈ, ਜਿਸ ਕਰਕੇ ਤੂੰ ਗੋਤਿਆਂ ਵਿੱਚ ਪੈ ਗਈ ਹੈ। ਹੋ ਸਕਦਾ ਹੈ ਤੇਰੀ ਚਿੰਤਾ ਦਾ ਕਾਰਨ ਸੱਚਾ ਹੋਵੇ, ਪਰ ਇਹ ਤਾਂ ਸਭ ਕੁਝ ਵਾਹਿਗੁਰੂ ਦੇ ਹੁਕਮ ਵਿੱਚ ਹੀ ਹੁੰਦਾ ਹੈ। ਚਿੰਤਾ ਕਰਨ ਦੀ ਲੋੜ ਨਹੀਂ, ਸਭ ਕੰਮ ਠੀਕ ਹੋ ਜਾਵੇਗਾ। ਤੇਰੇ ਪ੍ਰੇਮ ਦਾ ਪਰਵਾਨਾ। ਚਿੱਠੀ ਖਤਮ ਕਰਕੇ ਮੈਂ ਫੇਰ ਸ਼ੁਦੈਣ ਵੱਲ ਤੱਕਿਆ। ਉਸਦੇ ਚਿਹਰੇ ਤੇ ਹੁਣ ਪਹਿਲਾਂ ਜਿਹੀ ਖੁਸ਼ੀ ਨਹੀਂ ਸੀ, ਉਹ ਗੰਭੀਰ ਸੀ। ਮੈਂ ਤੀਜੀ ਚਿੱਠੀ ਸ਼ੁਰੂ ਕੀਤੀ। ਪਿਆਰੀ ਕ੍ਰਿਸ਼ਨਾ, ਤੇਰਾ ਖੱਤ ਪੁੱਜਾ। ਪੜ੍ਹ ਕੇ ਬੜੀ ਚਿੰਤਾ ਤੇ ਪਰੇਸ਼ਾਨੀ ਹੋਈ। ਜੋ ਕੁਝ ਤੂੰ ਲਿਖਿਆ ਹੈ ਜੇ ਵਾਸਤਵਿਕ ਵਿੱਚ ਸੱਚ ਹੈ ਤਾਂ ਤੇਰਾ ਇਤਨਾ ਫਿਕਰਮੰਦ ਹੋਣਾ ਸੁਭਾਵਿਕ ਹੀ ਹੈ। ਪਰ ਗਮਗੀਨ ਹੋਣ ਜਾਂ ਜਿਹਾ ਕਿ ਤੂੰ ਲਿਖਿਆ ਹੈ ਡੁੱਬ ਮਰਨ ਦੀ ਲੋੜ ਨਹੀਂ। ਕ੍ਰਿਸ਼ਨਾ, ਸੁੱਖ ਇਸ ਸੰਸਾਰ ਵਿੱਚ ਕਿੱਥੇ ਹੈ? ਇਹ ਤਾਂ ਦੁੱਖਾਂ ਦੀ ਖਾਨ ਹੈ। ਕਿਸੇ ਨੂੰ ਕੋਈ ਦੁੱਖ, ਕਿਸੇ ਨੂੰ ਕੋਈ। ਪਰ ਅਸਲ ਮਨੁੱਖ ਉਹੀ ਹੈ ਜੋ ਦੁੱਖ ਵੇਲੇ ਅਡੋਲ ਰਹੇ। ਆਦਮੀ ਦੀ ਦ੍ਰਿੜਤਾ ਤਾਂ ਆਤਮ ਦਾ ਇਮਤਿਹਾਨ ਹੀ ਉਦੋਂ ਹੁੰਦਾ ਹੈ ਜਦ ਉਸਤੇ ਕੋਈ ਭਾਰੀ ਦੁੱਖ ਵਿਪਤਾ ਆ ਪਵੇ। ਤੇਰਾ ਇਹ ਲਿਖਣਾ ਕਿ ਮੇਰੇ ਪਿੱਛੋਂ ਤੂੰ ਸਭ ਕੁਝ ਗਵਾਇਆ, ਜਿਸ ਪਿਤਾ ਨੇ ਤੈਨੂੰ ਮਾਂ ਮਹਿਟਰ ਨੂੰ ਲਾਡਾਂ ਨਾਲ ਪਾਲ ਕੇ ਐਡੀ ਕੀਤਾ ਸੀ, ਉਸ ਨਾਲ ਵੀ ਤੂੰ ਵਿਸਾਖਾਤ ਕੀਤਾ। ਤੇਰਾ ਇਹ ਖਿਆਲ ਕਿਸੇ ਹੱਦ ਤੱਕ ਗਲਤ ਹੈ, ਕਿਉਂਕਿ ਇੱਧਰ ਮੈਨੂੰ ਸ਼ਾਇਦ ਤੇਰੇ ਨਾਲੋਂ ਵੀ ਕਈ ਗੁਣਾ ਵੱਧ ਮੁਸੀਬਤਾਂ ਉਠਾਉਣੀਆਂ ਪਈਆਂ ਹਨ। ਤੇਰੇ ਨਾਲ ਪ੍ਰੇਮ ਪਾ ਕੇ ਕੀ ਮੇਰੀ ਇੱਜ਼ਤ ਨੂੰ 4 ਚੰਨ ਲੱਗ ਗਏ ਸਨ? ਪਰ ਫਿਰ ਵੀ ਮੈਂ ਤੈਨੂੰ ਨਿਰਾਸ਼ ਨਹੀਂ ਕਰਾਂਗਾ। ਇੱਕ ਸੱਚੇ ਪ੍ਰੇਮੀ ਵਾਂਗ ਤੇਰੇ ਨਾਲ ਰਹਾਂਗਾ। ਤੇਰੀਆਂ ਕੁਝ ਚਿੱਠੀਆਂ ਦਾ ਉੱਤਰ ਮੈਂ ਨਹੀਂ ਦੇ ਸਕਿਆ। ਇਸ ਦਾ ਕਾਰਨ ਇਹ ਹੈ ਕਿ
ਧਾਰਮਿਕ ਪ੍ਰਚਾਰ ਲਈ ਅਕਸਰ ਮੈਂ ਘਰੋਂ ਬਾਹਰ ਰਹਿੰਦਾ ਹਾਂ, ਜਿਸ ਲਈ ਇਹੋ ਜਿਹੇ ਛੋਟੇ-ਛੋਟੇ ਕੰਮਾਂ ਵਾਸਤੇ ਮੇਰੇ ਪਾਸ ਵਕਤ ਬਹੁਤ ਘੱਟ ਹੁੰਦਾ ਹੈ। ਇੱਕ ਗੱਲ ਦੀ ਚੇਤਾਵਨੀ ਕਰਦਾ ਹਾਂ ਕਿ ਮੈਨੂੰ ਬਹੁਤੀਆਂ ਚਿੱਠੀਆਂ ਨਾ ਲਿਖਿਆ ਕਰ। ਮੈਨੂੰ ਖਤਰਾ ਰਹਿੰਦਾ ਹੈ ਕਿ ਤੇਰੀਆਂ ਚਿੱਠੀਆਂ ਮੇਰੀ ਗੈਰ ਹਾਜ਼ਰੀ ਵਿੱਚ ਕਿਸੇ ਸੰਬੰਧੀ ਦੇ ਹੱਥ ਨਾ ਲੱਗ ਜਾਣ। ਤੇਰਾ। ਸ਼ੁਦੈਨ ਦੀ ਗੰਭੀਰਤਾ ਹੁਣ ਨਫ਼ਰਤ ਤੇ ਗੁੱਸੇ ਵਿੱਚ ਬਦਲ ਰਹੀ ਸੀ। ਉਸਦੇ ਅੰਗ ਥਰ-ਥਰ ਕੰਬ ਰਹੇ ਸਨ। ਅੱਖਾਂ ਉਸਦੀਆਂ ਵਿੱਚ ਰੱਤ ਚੋ ਰਿਹਾ ਸੀ। ਮੈਂ ਚੌਥੀ ਚਿੱਠੀ ਪੜ੍ਹਨੀ ਸ਼ੁਰੂ ਕੀਤੀ, ਜਿਸ ਦੀ ਤਾਰੀਖ ਤੀਜੀ ਚਿੱਠੀ ਨਾਲੋਂ ਚੋਖਾ ਚਿਰ ਬਾਅਦ ਦੀ ਸੀ। ਉਸ ਵਿੱਚ ਲਿਖਿਆ ਸੀ, ਕ੍ਰਿਸ਼ਨਾ, ਤੇਰੀ ਅਖਬਾਰ ਜਿੱਡੀ ਚਿੱਠੀ ਮਿਲੀ। ਸਭ ਤੋਂ ਪਹਿਲਾਂ ਮੈਂ ਤੈਨੂੰ ਦੱਸ ਲਵਾਂ ਕਿ ਕਈ ਮਹੀਨਿਆਂ ਦੇ ਰੁਝੇਵੇਂ ਕਰਕੇ ਤੇਰੀਆਂ ਅਨੇਕਾਂ ਚਿੱਠੀਆਂ ਦਾ ਉੱਤਰ ਨਹੀਂ ਦੇ ਸਕਿਆ, ਪਰ ਨਾਲ ਹੀ ਇਹ ਵੀ ਸੋਚਦਾ ਹਾਂ ਕਿ ਇਹੋ ਜਿਹੀਆਂ ਊਲ ਜਲੂਲ ਚਿੱਠੀਆਂ ਦਾ ਉੱਤਰ ਮੈਂ ਦਿੰਦਾ ਵੀ ਕੀ, ਜਦਕਿ ਉਹਨਾਂ ਵਿੱਚ ਮੈਨੂੰ ਕੋਸਣ ਤੇ ਗਾਲਾਂ ਕੱਢਣ ਤੋਂ ਛੁੱਟ ਹੋਰ ਕੁਝ ਹੁੰਦਾ ਹੀ ਨਹੀਂ ਸੀ। ਕਿਤਨੇ ਅਫਸੋਸ ਦੀ ਗੱਲ ਹੈ ਕ੍ਰਿਸ਼ਨਾ, ਤੂੰ ਲਿਖਣ ਲੱਗੀ ਇਹ ਵੀ ਨਹੀਂ ਸੋਚਦੀ ਕਿ ਤੂੰ ਕਿਸ ਨੂੰ ਲਿਖ ਰਹੀ ਹੈ। ਜਿਸ ਆਦਮੀ ਨੇ ਤੇਰੇ ਸੈਂਕੜੇ ਭੈਣਾਂ ਭਰਾਵਾਂ ਨੂੰ ਪਸ਼ੂ ਤੋਂ ਆਦਮੀ ਬਣਾਇਆ, ਜਿਸ ਦੀ ਕਿਰਪਾ ਨਾਲ ਤੂੰ ਅੱਜ ਲਿਖਣ ਪੜ੍ਹਨ ਦੇ ਲਾਇਕ ਹੋਈ ਹੈ, ਤੇ ਜਿਸ ਦੀਆਂ ਕਠਨ ਕੁਰਬਾਨੀਆਂ ਦਾ ਸਦਕਾ ਤੁਸੀਂ ਲੋਕ ਜਾਤ ਅਭਿਮਾਨੀਆਂ ਪਾਸੋਂ ਆਪਣੇ ਹੱਕ ਮੰਗਣ ਜੋਗੇ ਹੋਏ ਹੋ, ਉਸੇ ਨੂੰ ਤੂੰ ਲਿਖਦੀ ਹੈ ਪੱਥਰ ਦਿਲ, ਪ੍ਰੇਮਹੀਣ ਤੇ ਖੁਦਗਰਜ਼ ਆਦ। ਅਫਸੋਸ ਕ੍ਰਿਸ਼ਨਾ, ਤੇਰੀ ਅਕਲ ਉੱਤੇ 1000 ਵਾਰੀ ਅਫਸੋਸ। ਤੈਨੂੰ ਕਿਸੇ ਝੂਠਾ ਸ਼ੱਕ ਪਾਇਆ ਏ ਕਿ ਮੈਂ ਵਿਆਹਿਆ ਹੋਇਆ ਹਾਂ, ਪਰ ਜੇ ਇਹ ਮੰਨ ਵੀ ਲਵਾਂ ਤਾਂ ਇਸ ਨਾਲ ਤੈਨੂੰ ਕੀ ਗਰਜ਼ ਕਿ ਲੋਕੀ 2-2 3-3 ਵਿਆਹ ਨਹੀਂ ਕਰਾਉਂਦੇ ਹੁੰਦੇ। ਤੂੰ ਲਿਖਦੀ ਹੈ ਕਿ ਤੈਨੂੰ ਸੁੱਕੇ ਗਿਆਨ ਸੁਣਨ ਦੀ ਲੋੜ ਨਹੀਂ, ਕਿ ਮਰੇ ਗਿਆਨ ਨੂੰ ਵਿਹਲੀ ਬਕ-ਬਕ ਹੀ ਸਮਝਦੀ ਹੈ। ਤੈਨੂੰ ਪਤਾ ਹੋਣਾ ਚਾਹੀਦਾ ਹੈ ਕ੍ਰਿਸ਼ਨਾ ਕਿ ਤੇਰੀ ਮੌਜੂਦਾ ਹਾਲਤ ਦਾ ਮੈਨੂੰ ਤੇਰੇ ਨਾਲੋਂ ਕਈ ਗੁਣਾ ਜ਼ਿਆਦਾ ਫਿਕਰ ਹੈ, ਪਰ ਤੇਰੇ ਤੇ ਮੇਰੇ ਵਿੱਚ ਫਰਕ ਕੇਵਲ ਇੰਨਾ ਹੈ ਕਿ ਤੂੰ ਅਗਿਆਨਵਸ ਹੋ ਕੇ ਦੁੱਖ ਨੂੰ ਦੁੱਖ ਮੰਨਦੀ ਹੈ, ਪਰ ਮੈਂ ਦੁੱਖ ਨੂੰ ਦੁੱਖ ਕਰਕੇ ਨਹੀਂ ਮੰਨਦਾ। ਆਤਮਘਾਤ? ਕਿ ਤੈਨੂੰ ਪਤਾ ਨਹੀਂ ਆਤਮਘਾਤੀ ਬਾਬਤ ਗੁਰੂ ਘਰ ਵਿੱਚ ਕੀ ਹੁਕਮ ਹੈ? ਆਤਮਘਾਤੀ ਮਹਾਕਸਾਈ। ਸੋ ਮੈਂ ਤੈਨੂੰ ਚੇਤਾਵਨੀ ਕਰਦਾ ਹਾਂ ਕਿ ਪਾਪ ਭੁੱਲ ਕੇ ਵੀ ਨਾ ਕਰੀ। ਤੈਨੂੰ ਗੁਰੂ ਘਰ ਦੀ ਐਨੀ ਸਿੱਖਿਆ ਪ੍ਰਾਪਤ ਹੋਈ ਹੈ, ਪਰ ਅਜੇ ਤੱਕ ਤੂੰ ਗੁਰਮਤਿ ਦੇ ਅਸੂਲਾਂ ਤੋਂ ਅਣਭਿੱਜ ਹੈ। ਇਸ ਖਤ ਦਾ ਉੱਤਰ ਉਡੀਕ ਕੇ ਤੂੰ ਮੇਰੇ ਪਾਸ ਬਿਨਾਂ ਮੇਰੀ ਮਰਜ਼ੀ ਤੇ ਬਿਨਾਂ ਆਗਿਆ ਚਲੀ ਆਵੇਂਗੀ। ਕ੍ਰਿਸ਼ਨਾ, ਇਸ ਤਰ੍ਹਾਂ ਦੀ ਮੂਰਖਤਾ ਕਰਨ ਦਾ ਤੈਨੂੰ ਕੁਝ ਵੀ ਲਾਭ ਨਹੀਂ ਹੋਵੇਗਾ, ਕਿਉਂਕਿ ਅਵਲ ਤਾਂ ਤੂੰ ਮੈਨੂੰ ਲੱਭ ਹੀ ਨਹੀਂ ਸਕੇਂਗੀ। ਮੈਂ ਜਲਦੀ ਹੀ ਲੰਮੇ ਦੌਰੇ ਤੇ ਜਾਣ ਵਾਲਾ ਹਾਂ, ਪਰ ਜੋ ਤੂੰ ਮੈਨੂੰ ਲੱਭ ਵੀ ਲਿਆ ਤਾਂ ਤੈਨੂੰ ਬਿਨਾਂ ਨਿਰਾਸ਼ਤਾ ਤੇ ਬੇਇੱਜ਼ਤੀ ਤੋਂ ਹੋਰ ਕੁਝ ਵੀ ਪ੍ਰਾਪਤ ਨਹੀਂ ਹੋਣਾ। ਮੈਨੂੰ ਤਾਂ ਇਹੋ ਮਾਲੂਮ ਹੁੰਦਾ ਹੈ ਕਿ ਤੇ ਦਿਮਾਗ ਵਿੱਚ ਖਲਲ ਆ ਗਿਆ ਏ, ਨਹੀਂ ਤਾਂ ਮੇਰੀ ਘਰਵਾਲੀ ਨੂੰ ਚਿੱਠੀਆਂ ਲਿਖਣ ਦਾ ਭਲਾ ਤੈਨੂੰ ਕੀ ਲਾਭ ਸੀ? ਇਸ ਦਾ ਤਾਂ ਸਾਫ਼ ਅਰਥ ਹੈ ਕਿ ਤੂੰ ਮੇਰੀ ਬੇਇੱਜ਼ਤੀ ਕਰਨ ਤੇ ਤੁਲ ਗਈ ਹੈ। ਭਲਾ ਜੇ ਮੇਰੀ ਪਤਨੀ ਨੂੰ ਤੇਰੀਆਂ ਚਿੱਠੀਆਂ ਮਿਲ ਵੀ ਗਈਆਂ ਹਨ ਤਾਂ ਉਹ ਮੇਰਾ ਕੀ ਵਿਗਾੜ ਸਕਦੀ ਹੈ? ਕੀ ਮੈਂ ਉਸ ਤੋਂ ਡਰਨ ਵਾਲਾ ਹਾਂ? ਇਹ ਸੱਚਾ ਗੁਰਸਿੱਖ ਇਸਤਰੀ ਛੱਡ ਕੇ ਸਾਰੀ ਦੁਨੀਆ ਤੋਂ ਵੀ ਨਹੀਂ ਡਰ ਸਕਦਾ। ਇਹ ਤੂੰ ਠੀਕ ਲਿਖਿਆ ਏ ਕਿ ਜੇ ਅਸਾਂ ਛੇਤੀ ਤੋਂ ਛੇਤੀ ਵਿਆਹ ਕਰਕੇ ਇਸ ਗੱਲ ਉੱਤੇ ਪਰਦਾ ਨਾ ਪਾਇਆ ਤਾਂ ਸਾਰਾ ਭੇਤ ਖੁੱਲ੍ਹ ਜਾਵੇਗਾ। ਪਰ ਕੀ ਤੂੰ ਇਹ ਨਹੀਂ ਸੋਚਿਆ ਕਿ ਵਿਆਹ ਕਰਾਉਣ ਨਾਲ ਵੀ ਤਾਂ ਇਹ ਭੇਤ ਖੁੱਲ੍ਹ ਹੀ ਜਾਵੇਗਾ? ਕ੍ਰਿਸ਼ਨਾ, ਮੈਂ ਤਾਂ ਬੜੇ ਗਲਗਜ਼ਣ ਵਿੱਚ
ਕਾੜ ਕਾੜ ਕਾੜ। ਚਿੱਠੀ ਪੜ੍ਹਦਿਆਂ ਅਚਾਨਕ ਹੀ ਇਹ ਆਵਾਜ਼ ਸੁਣ ਕੇ ਜਦ ਉਤਾਂਹ ਚੁੱਕਿਆ ਤਾਂ ਚਿੱਠੀ ਮੇਰੇ ਹੱਥੋਂ ਡਿੱਗ ਪਈ। ਓ ਮੇਰਿਆ ਰੱਬਾ, ਕਹਿੰਦਾ ਹੋਇਆ ਮੈਂ ਘਾਬਰ ਕੇ ਮੰਜੇ ਤੋਂ ਉੱਠਿਆ ਤੇ ਉਛਲ ਕੇ ਕੰਧ ਨਾਲ ਟੱਕਰਾਂ ਮਾਰ ਰਹੀ ਸ਼ੁਦੈਨ ਨੂੰ ਸਾਰੇ ਜ਼ੋਰ ਨਾਲ ਕਾਬੂ ਕਰਨ ਲੱਗਾ। ਪਰ ਫੜਦਿਆਂ ਹੀ ਉਸਨੇ ਪਾਗਲਪਣੇ ਦੇ ਜੋਸ਼ ਵਿੱਚ ਇੰਨੇ ਜ਼ੋਰ ਨਾਲ 2-3 ਵਾਰੀ ਕੰਧ ਨਾਲ ਸਿਰ ਮਾਰਿਆ ਕਿ ਲਹੂ ਲੁਹਾਨ ਹੋ ਗਈ। ਭਾਵੇਂ ਮੈਂ ਉਸਨੂੰ ਪੂਰੇ ਜ਼ੋਰ ਨਾਲ ਫੜਿਆ, ਪਰ ਖਬਰੇ ਉਸ ਵਿੱਚ ਇੰਨੀ ਤਾਕਤ ਕਿੱਥੋਂ ਆ ਗਈ ਸੀ। ਇੱਕੋ ਠੁੰਡਾ ਮਾਰ ਕੇ ਉਸਨੇ ਆਪਣੇ ਆਪ ਨੂੰ ਮੈਥੋਂ ਛੁਡਾ ਲਿਆ ਤੇ ਫਿਰ ਕੰਧ ਨਾਲ ਜਾ ਟਕਰਾਈ। ਮੈਂ ਉਸਨੂੰ ਫੇਰ ਫੜਿਆ, ਪਰ ਉਸਦਾ ਪਾਗਲਪਣਾ ਹੱਦਾਂ ਬੰਨੇ ਟੱਪ ਚੁੱਕਾ ਸੀ। ਉਹ ਲਹੂ ਨਾਲ ਲੱਥਪੱਥ ਹੋ ਗਈ ਸੀ। ਮੰਜੇ ਦਾ ਬਿਸਤਰਾ ਤੇ ਕੰਧ ਦਾ ਪਲਸਤਰ ਵੀ ਰੰਗਿਆ ਗਿਆ ਸੀ। ਬਾਕੀ ਦੀ ਕਹਾਣੀ ਤੁਸੀਂ ਸੁਣੋਗੇ ਭਾਗ 6 ਵਿੱਚ। ਧੰਨਵਾਦ ਜੀ।